बहुत चंगा लग रहा है कि मैं सैकेंड मैडल लेके आई ਹਾਂ। ਉਮੀਦਾਂ ਤਾਂ ਸਾਨੂੰ ਤੇ ਮੇਰੇ ਕੋਚ ਸਾਹਿਬ ਨੂੰ ਸਾਡੀ ਟ੍ਰੇਨਿੰਗ ਤਾਂ ਹੋਰ ਵਧੀਆ ਸੀਗੀ ਤੇ ਆਪਾਂ ਹੋਰ ਵਧੀਆ ਕਰੀਏ ਤੇ ਪਰ ਠੀਕ ਹੈ ਜਿੰਨਾ ਦੇ ਰਹੇ ਹਜੇ ਸ਼ਾਇਦ ਹੋਰ ਗੁੰਜਾਇਸ਼ ਬਾਕੀ ਹੈ ਸਾਡੇ 'ਚ ਹਜੇ ਹੋਰ ਮਿਹਨਤ ਕਰਨੀ ਬਾਕੀ ਤੇ ਅਸੀਂ ਹੋਰ ਟਰਾਈ ਕਰਾਂਗੇ। ਸ਼ੌਕ ਹੁੰਦਾ ਇੱਕ ਲਗਾਵ ਹੁੰਦਾ ਇੱਕ ਸਪੋਰਟਸ ਨਾਲ ਪਿਆਰ ਹੁੰਦਾ ਅਸੀਂ ਘੱਟ ਨਾਲ ਵੀ ਗੁਜ਼ਾਰਾ ਕਰ ਲਈਦਾ ਹੈ ਘੱਟ ਸਾਨੂੰ ਘੱਟ ਫੈਸਿਲਿਟੀਜ਼ ਮਿਲਦੀ ਹੈ ਉਹਦੇ ਨਾਲ ਵੀ ਅਸੀਂ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰੀਦੀ ਹੈ ਤੇ ਕੋਸ਼ਿਸ਼ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਜਿਹੜੀ ਚੀਜ਼ਾਂ ਉੱਥੇ ਮਿਲਦੀਆਂ ਉਹ ਸਾਨੂੰ ਪੰਜਾਬ 'ਚ ਵੀ ਪ੍ਰੋਵਾਈਡ ਕਰਾਉਣੀ ਚਾਹੀਦੀ। ਤੁਸੀਂ ਸਪੋਰਟਸ ਕਿਉਂ ਚੁਣਿਆ ਗਿਆ ਤੇ ਘਰ ਵੱਲੋਂ ਸਭ ਤੋਂ ਪਹਿਲੇ ਕਿਹੜੀ ਸਪੋਰਟਸ ਰਹੀ? ਸਾਨੂੰ ਸਪੋਰਟਸ 'ਚ ਕੋਈ ਜੌਬ ਨਹੀਂ ਹੈ ਸਾਡੀ ਕੋਈ ਸਿਕਿਉਰਿਟੀ ਨਹੀਂ ਹੈ ਅਸੀਂ ਆਪਣੀ ਸਾਰੀ ਜ਼ਿੰਦਗੀ ਸਪੋਰਟਸ ਦੇ ਲਈ ਸਪੋਰਟਸ ਚਲਾ ਲੈਂਦੇ ਹਾਂ ਪਰ ਸਾਨੂੰ ਕੋਈ ਵੀ ਸਿਕਿਉਰਿਟੀ ਨਹੀਂ ਹੁੰਦੀ ਕਿ ਅਸੀਂ ਅੱਗੇ ਜਾ ਕੇ ਸਾਨੂੰ ਕੋਈ ਜੌਬ ਮਿਲੂਗੀ ਤੇ ਉਸ ਤੋਂ ਬਾਅਦ ਮੇਰੀ ਮਦਰ ਦੀ ਬਹੁਤ ਸਪੋਰਟ ਰਹੀ ਹੈ ਮੈਨੂੰ ਕਿ ਉਹ ਸ਼ੁਰੂ ਤੋਂ ਹੀ ਚਾਹੁੰਦੇ ਸੀ ਉਹਨਾਂ ਨੂੰ ਬਹੁਤ ਪ੍ਰਾਊਡ ਉਹਨਾਂ ਦੀ ਇੱਕ ਸੁਪਨਾ ਸੀਗਾ ਕਿ ਜਿੱਦਾਂ ਜਦੋਂ ਓਲੰਪਿਕਸ ਗੇਮਸ ਜਾਂ ਕੋਈ ਵੀ ਇੰਟਰਨੈਸ਼ਨਲ ਮੀਟ ਹੁੰਦੀ ਸੀ ਤੇ ਉਹ ਟੀਵੀ ਤੇ ਦੇਖਦੇ ਹੁੰਦੇ ਸੀਗੇ ਕਿ ਹਾਂ ਉੱਥੇ ਜਾ ਕੇ ਇੰਡੀਆ ਦਾ ਝੰਡਾ ਉੱਤੇ ਚੜ੍ਹਦਾ ਹੈ ਤੇ ਨੈਸ਼ਨਲ ਐਂਥਮ ਵੱਜਦਾ ਤੇ ਉਹਨਾਂ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਸੀ ਤੇ ਉਹਨਾਂ ਦਾ ਇਹੀ ਸੁਪਨਾ ਸੀਗਾ ਕਿ ਮੇਰੀ ਕੁੜੀ ਵੀ ਇੱਦਾਂ ਦਾ ਕੁਝ ਕਰੂਗੀ ਤੇ ਉਹਨਾਂ ਨੂੰ ਬਹੁਤ ਚੰਗਾ ਫੀਲ ਹੁੰਦਾ ਹੈ। ਫਿਰ ਹੌਲੀ ਹੌਲੀ ਮੇਰਾ ਬਹੁਤ ਲਗਾਓ ਸੀਗਾ ਫਿਰ ਸਾਡੇ ਕੋਚ ਸਾਹਿਬ ਨੇ ਬਹੁਤ ਸਪੋਰਟ ਕੀਤੀ। ਦਿੱਲੀ ਦੀ ਟਵਿੰਕਲ ਪੰਜਾਬ ਦੇ ਵਿੱਚ ਸਿਲਵਰ ਮੈਡਲ ਲੈ ਕੇ ਆਈ ਹੈ। ਆਪਾਂ ਗੱਲਬਾਤ ਕਰਦੇ ਹਾਂ ਟਵਿੰਕਲ ਦੇ ਨਾਲ। ਟਵਿੰਕਲ ਪਿਛਲੇ 7 ਸਾਲ ਤੋਂ ਤੁਸੀਂ ਪੰਜਾਬ ਦੇ ਜਲੰਧਰ ਸ਼ਹਿਰ ਦੇ ਵਿੱਚ ਰਨਿੰਗ ਤੇ ਤੁਸੀਂ 800 ਮੀਟਰ ਦੀ ਦੌੜੀ ਤੇ ਸਿਲਵਰ ਮੈਡਲ ਲੈ ਕੇ ਆਏ ਹੋ ਤੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਸਿਲਵਰ ਮੈਡਲ ਲੈ ਕੇ ਆਏ ਹੋ ਜਲੰਧਰ ਦਾ ਨਾਮ ਰੋਸ਼ਨ ਕੀਤਾ ਔਰ ਪੰਜਾਬ ਦਾ? ਜੀ ਸਰ ਬਹੁਤ ਚੰਗਾ ਲੱਗ ਰਿਹਾ ਹੈ ਕਿ ਮੈਂ ਸੈਕਿੰਡ ਮੈਡਲ ਲੈ ਕੇ ਆਈ ਹਾਂ। ਉਮੀਦਾਂ ਤਾਂ ਸਾਨੂੰ ਤੇ ਮੇਰੇ ਕੋਚ ਸਾਹਿਬ ਨੂੰ ਸਾਡੀ ਟ੍ਰੇਨਿੰਗ ਤਾਂ ਹੋਰ ਵਧੀਆ ਸੀਗੀ ਤੇ ਆਪਾਂ ਹੋਰ ਵਧੀਆ ਕਰੀਏ ਤੇ ਪਰ ਠੀਕ ਹੈ ਜਿੰਨਾ ਦੇ ਰਹੇ ਹਜੇ ਸ਼ਾਇਦ ਹੋਰ ਗੁੰਜਾਇਸ਼ ਬਾਕੀ ਹੈ ਸਾਡੇ 'ਚ ਹਜੇ ਹੋਰ ਮਿਹਨਤ ਕਰਨੀ ਬਾਕੀ ਤੇ ਅਸੀਂ ਹੋਰ ਟਰਾਈ ਕਰਾਂਗੇ ਤੇ ਹਾਂਜੀ ਬਹੁਤ ਵਧੀਆ ਫੀਲ ਹੁੰਦਾ ਪਿਆ। ਦਿੱਲੀ ਦੇ ਵਿੱਚ ਛੱਡ ਕੇ ਪੰਜਾਬ ਦੇ ਵਿੱਚ ਆਏ, ਪੰਜਾਬ ਕਿਉਂ ਚੁਣਿਆ ਗਿਆ ਸੀਗਾ? ਸਰ ਐਕਚੁਅਲੀ ਜਦੋਂ ਮੈਂ ਦਿੱਲੀ ਟ੍ਰੇਨਿੰਗ ਕਰਦੀ ਹੁੰਦੀ ਸੀ ਤੇ ਟਰੈਕ ਤੋਂ ਸੀਗਾ ਉੱਥੇ ਬਟ ਮੈਨੂੰ ਕੋਚ ਕੋਈ ਇੱਦਾਂ ਦਾ ਮੈਨੂੰ ਨਹੀਂ ਮਿਲਦਾ ਪਿਆ ਸੀ ਜਿਹਦੇ ਨਾਲ ਮੇਰੀ ਪਰਫਾਰਮੈਂਸ ਵਧੀਆ ਹੋ ਮੇਰੀ ਸੈਟਿਸਫੈਕਸ਼ਨ ਨਹੀਂ ਹੁੰਦੀ ਸੀ ਟ੍ਰੇਨਿੰਗ ਦੀ ਜਾਂ ਪਰਫਾਰਮੈਂਸ ਦੀ ਤੇ ਫਿਰ ਮੈਨੂੰ ਕਿਸੇ ਨੇ ਹੈਪੀ ਸਰ ਬਾਰੇ ਦੱਸਿਆ ਜਿਹੜੇ ਇੱਥੇ ਜਲੰਧਰ 'ਚ ਟ੍ਰੇਨਿੰਗ ਕਰਾਉਂਦੇ ਹੁੰਦੇ ਸੀ ਤੇ ਉਹਨਾਂ ਕੋਲ ਸਪੈਸ਼ਲ ਟ੍ਰੇਨਿੰਗ ਕਰਨ ਲਈ ਮੈਂ ਇੱਥੇ ਆਈ ਸੀ। ਤੇ ਦਿੱਲੀ ਦੇ ਵਿੱਚ ਸਰਕਾਰਾਂ ਵੱਲੋਂ ਵੱਡੇ ਸਪੋਰਟਸ ਦੇ ਵਾਅਦੇ ਕੀਤੇ ਜਾਂਦੇ ਨੇ, ਤੁਹਾਨੂੰ ਨਹੀਂ ਉੱਥੇ ਪਸੰਦ ਆਇਆ? ਕੋਚ ਨਹੀਂ, ਹਾਂ ਵੀ ਸਭ ਤੋਂ ਵੱਡਾ ਰੱਬ ਕੋਚ ਮੰਨਿਆ ਜਾਂਦਾ, ਪਹਿਲਾ ਰੱਬ ਮੰਨਿਆ ਜਾਂਦਾ, ਦੂਜਾ ਕੋਚ ਮੰਨਿਆ ਜਾਂਦਾ, ਕਿ ਉੱਥੋਂ ਦਿੱਲੀ ਛੱਡ ਕੇ ਪੰਜਾਬ ਕਿਉਂ ਚੁਣਨਾ ਪਿਆ? ਬਾਕੀ ਸ਼ਹਿਰ ਵੀ ਬਾਕੀ ਸਟੇਟਾਂ ਵੀ ਸੀ। ਹਾਂਜੀ ਸਰ ਇਹ ਸਰ ਪੰਜਾਬ ਦੀ ਖੁਸ਼ਨਸੀਬੀ ਹੈ ਕਿ ਸਾਡੇ ਕੋਚ ਸਾਹਿਬ ਹੈਪੀ ਕੋਚ ਸਾਹਿਬ ਉਹ ਪੰਜਾਬ 'ਚ ਟ੍ਰੇਨਿੰਗ ਕਰਾਉਂਦੇ। ਜੇ ਉਹ ਹੋਰ ਕਿਤੇ ਸਟੇਟ 'ਚ ਹੁੰਦੇ ਤੇ ਮੈਂ ਹੋਰ ਕਿਤੇ ਟ੍ਰੇਨਿੰਗ ਲਈ ਜਾਣਾ ਸੀ ਬਟ ਫਿਰ ਮੈਨੂੰ ਪੰਜਾਬ ਆ ਕੇ ਵਧੀਆ ਲੱਗਾ ਤੇ ਸਿਰਫ ਮੈਂ ਕੋਚ ਕਰਕੇ ਇੱਥੇ ਆਈ ਸੀਗੀ। ਬਾਕੀ ਚੀਜ਼ਾਂ ਤੋਂ ਸਾਨੂੰ ਇੱਕ ਹੁੰਦਾ ਨਾ ਕਿ ਸ਼ੌਕ ਹੁੰਦਾ ਇੱਕ ਲਗਾਵ ਹੁੰਦਾ ਇੱਕ ਸਪੋਰਟਸ ਨਾਲ ਪਿਆਰ ਹੁੰਦਾ ਅਸੀਂ ਘੱਟ ਨਾਲ ਵੀ ਗੁਜ਼ਾਰਾ ਕਰ ਲਈਦਾ ਹੈ ਸਾਨੂੰ ਘੱਟ ਫੈਸਿਲਿਟੀਜ਼ ਮਿਲਦੀ ਹੈ ਉਹਦੇ ਨਾਲ ਵੀ ਅਸੀਂ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰੀਦੀ ਹੈ ਤੇ ਕੋਸ਼ਿਸ਼ ਸਰਕਾਰ ਨੂੰ ਵੀ ਕਰਨੀ ਚਾਹੀਦੀ ਹੈ ਜਿਹੜੀ ਚੀਜ਼ਾਂ ਉੱਥੇ ਮਿਲਦੀਆਂ ਉਹ ਸਾਨੂੰ ਪੰਜਾਬ 'ਚ ਵੀ ਪ੍ਰੋਵਾਈਡ ਕਰਾਉਣੀ ਚਾਹੀਦੀ ਹੈ। ਗੱਲ ਕਰੀਏ ਘਰ ਦੇ ਵੱਲੋਂ ਕਿਹਦੀ ਸਭ ਤੋਂ ਜ਼ਿਆਦਾ ਸਪੋਰਟਸ ਤੁਹਾਨੂੰ ਰਹੀ ਹੈ? ਹਾਂ ਵੀ ਸਾਥ ਰਿਹਾ ਵਾ ਘਰ ਦੇ ਕਹਿਣ ਨਾਲ ਵੀ, ਕਈ ਤੇ ਮਾਂ ਪਿਓ ਹੈ ਕਹਿੰਦੇ ਨੇ ਸਪੋਰਟਸ ਪਿੱਛੇ ਛੱਡੋ, ਹਾਂ ਵੀ ਹੋਰ ਕੋਈ ਚੀਜ਼ ਚੁਣਨੀ ਚਾਹੀਦੀ ਹੈ। ਤੁਸੀਂ ਸਪੋਰਟਸ ਕਿਉਂ ਚੁਣਿਆ ਗਿਆ ਤੇ ਘਰ ਵੱਲੋਂ ਸਭ ਤੋਂ ਪਹਿਲੇ ਕਿਹਦੀ ਸਪੋਰਟਸ ਰਹੀ ਤੁਹਾਡੀ? ਸਰ ਉਹੀ ਗੱਲ ਹੈ ਨਾ ਜਿੱਦਾਂ ਆਪਾਂ ਕਿਸੇ ਵੀ ਫੀਲਡ 'ਚ ਜਾਂਦੇ ਹਾਂ ਹੁਣ ਜਿੱਦਾਂ ਪੇਰੈਂਟਸ ਹਰ ਕੋਈ ਸਾਡੇ ਇੰਡੀਆ 'ਚ ਖਾਸ ਕਰ ਸੋਚਦੇ ਆ ਕਿਉਂਕਿ ਸਾਨੂੰ ਸਪੋਰਟਸ 'ਚ ਕੋਈ ਜੌਬ ਨਹੀਂ ਹੈ ਸਾਡੀ ਕੋਈ ਸਿਕਿਉਰਿਟੀ ਨਹੀਂ ਹੈ ਅਸੀਂ ਆਪਣੀ ਸਾਰੀ ਜ਼ਿੰਦਗੀ ਸਪੋਰਟਸ ਦੇ ਲਈ ਸਪੋਰਟਸ ਚਲਾ ਲੈਂਦੇ ਹਾਂ ਪਰ ਸਾਨੂੰ ਕੋਈ ਵੀ ਸਿਕਿਉਰਿਟੀ ਨਹੀਂ ਹੁੰਦੀ ਕਿ ਅਸੀਂ ਅੱਗੇ ਜਾ ਕੇ ਸਾਨੂੰ ਕੋਈ ਜੌਬ ਮਿਲੂਗੀ ਕਿ ਨਹੀਂ ਮਿਲੂਗੀ। ਉਹ ਕਰਕੇ ਮੇਰੇ ਵੀ ਪੇਰੈਂਟਸ ਪਹਿਲੇ ਬੋਲਦੇ ਹੁੰਦੇ ਸੀ ਕਿ ਨਹੀਂ ਅਸੀਂ ਸਪੋਰਟਸ ਨਹੀਂ ਕਰਨੀ ਤੇ ਉਸ ਤੋਂ ਬਾਅਦ ਮੇਰੀ ਮਦਰ ਦੀ ਬਹੁਤ ਸਪੋਰਟ ਰਹੀ ਹੈ ਮੈਨੂੰ ਕਿ ਉਹ ਸ਼ੁਰੂ ਤੋਂ ਹੀ ਚਾਹੁੰਦੇ ਸੀ ਉਹਨਾਂ ਨੂੰ ਬਹੁਤ ਪ੍ਰਾਊਡ ਉਹਨਾਂ ਦੀ ਇੱਕ ਸੁਪਨਾ ਸੀਗਾ ਕਿ ਜਿੱਦਾਂ ਜਦੋਂ ਓਲੰਪਿਕਸ ਗੇਮਸ ਜਾਂ ਕੋਈ ਵੀ ਇੰਟਰਨੈਸ਼ਨਲ ਮੀਟ ਹੁੰਦੀ ਸੀ ਤੇ ਉਹ ਟੀਵੀ ਤੇ ਦੇਖਦੇ ਹੁੰਦੇ ਸੀਗੇ ਕਿ ਹਾਂ ਉੱਥੇ ਜਾ ਕੇ ਇੰਡੀਆ ਦਾ ਝੰਡਾ ਉੱਤੇ ਚੜ੍ਹਦਾ ਹੈ ਤੇ ਨੈਸ਼ਨਲ ਐਂਥਮ ਵੱਜਦਾ ਤੇ ਉਹਨਾਂ ਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਸੀ ਤੇ ਉਹਨਾਂ ਦਾ ਇਹੀ ਸੁਪਨਾ ਸੀਗਾ ਕਿ ਮੇਰੀ ਕੁੜੀ ਵੀ ਇੱਦਾਂ ਦਾ ਕੁਝ ਕਰੂਗੀ ਤੇ ਉਹਨਾਂ ਨੂੰ ਬਹੁਤ ਚੰਗਾ ਫੀਲ ਹੁੰਦਾ ਹੈ। ਫਿਰ ਹੌਲੀ ਹੌਲੀ ਮੇਰਾ ਬਹੁਤ ਲਗਾਓ ਸੀਗਾ ਫਿਰ ਸਾਡੇ ਕੋਚ ਸਾਹਿਬ ਨੇ ਬਹੁਤ ਸਪੋਰਟ ਕੀਤੀ। ਇਹ ਡ੍ਰੀਮ ਤੋਂ ਮਤਲਬ मैं जो सर को आई सी यही सीगा कि एक नैशनल च मैडल लेना है एक वधिया परफॉर्मेंस देनी है एक जॉब लेनी है
ਉਸ ਤੋਂ ਬਾਅਦ ਸਰ ਨੇ ਦੇਖਿਆ ਕਿ ਹਾਂ ਤੁਸੀਂ ਕਰ ਸਕਦੇ, ਤੁਸੀਂ ਇੰਟਰਨੈਸ਼ਨਲ ਲੈਵਲ ਤੇ ਇਹ ਚੀਜ਼ ਕਰ ਸਕਦੇ ਆ। ਫਿਰ ਹੌਲੀ ਹੌਲੀ ਉਹ ਚੀਜ਼ ਵੱਲ ਆਪਾਂ ਗਏ ਤੇ ਹੁਣ ਹਾਂਜੀ ਟਰਾਈ ਕਰ ਰਹੇ ਹਾਂ ਕਿ ਨੈਕਸਟ ਈਅਰ ਏਸ਼ੀਅਨ ਗੇਮਸ ਤੇ ਉੱਤੇ ਵਧੀਆ ਪਰਫਾਰਮ ਕਰੀਏ। ਸਰਕਾਰਾਂ ਜਦੋਂ ਇਲੈਕਸ਼ਨ ਆਉਂਦੇ ਨੇ ਉਦੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ, ਸਪੋਰਟਸ ਦੇ ਸਭ ਤੋਂ ਜ਼ਿਆਦਾ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ। ਜਦੋਂ ਸੱਤਾ 'ਚ ਆ ਜਾਂਦੀ ਹੈ ਉਦੋਂ ਸਪੋਰਟਸ ਦੇ ਸਭ ਵਾਅਦੇ ਕਿਹੜੇ ਕੀਤੇ ਆ ਉਹ ਭੁੱਲ ਜਾਂਦੇ ਨੇ। ਤੇ ਹੁਣ ਵੀ ਸਪੋਰਟਸ ਦੇ ਪਲੇਅਰ ਤਾਂ ਹੀ ਇਸ ਲਈ ਦੂਰ ਸਪੋਰਟਸ ਤੋਂ ਦੂਰ ਜਾਈ ਜਾਂਦੇ ਨੇ, ਨਸ਼ੇ ਵੱਲ ਜ਼ਿਆਦਾ ਪੈ ਰਹੇ ਨੇ। ਤੇ ਇਸ ਬਾਰੇ ਕੀ ਮੈਸੇਜ ਹੈ? ਸਰ ਸਰਕਾਰ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ, ਜ਼ਿਆਦਾ ਨਹੀਂ, ਕਿਉਂਕਿ ਕੁਝ ਚੀਜ਼ਾਂ ਸਰਕਾਰ ਕਰਦੀ ਹੈ ਜਿੱਦਾਂ ਬੇਸਿਕ ਡਾਈਟ ਪ੍ਰੋਵਾਈਡ ਕਰਦੀ ਹੈ, ਬਟ ਉਹਦੇ ਨਾਲ ਸਰਦਾ ਨਹੀਂ। ਥੋੜ੍ਹਾ ਜਿਹਾ ਉਹਨਾਂ ਨੂੰ ਇੰਡੀਵਿਜੂਅਲ ਦੇਖਣਾ ਪੈਣਾ ਹੈ ਕਿ ਕਿਸ ਗੇਮ ਨੂੰ, ਕਿਸ ਨਿਆਣੇ ਨੂੰ ਕਿੰਨੀ ਕੁ ਲੋੜ ਹੈ, ਉਹਦੇ ਅਕੋਰਡਿੰਗ ਥੋੜ੍ਹਾ ਜਿਹਾ ਫੋਕਸ ਸਪੈਸ਼ਲਿਸਟ ਹੋਣੇ ਚਾਹੀਦੇ ਆ ਸਾਡੇ ਕੋਲ। ਕੋਈ ਵੀ ਜੇ ਅਸੀਂ ਵੱਡਾ ਮੈਡਲ ਲੈਣਾ ਹੈ, ਇੱਕ ਐਥਲੀਟ ਔਰ ਇੱਕ ਕੋਚ ਸਿਰਫ ਇੱਕ ਇੰਟਰਨੈਸ਼ਨਲ ਲੈਵਲ ਤੇ ਮੈਡਲ ਨਹੀਂ ਲਾ ਸਕਦਾ, ਉਹਦੇ ਪਿੱਛੇ ਬਹੁਤ ਵੱਡੀ ਟੀਮ ਹੁੰਦੀ ਹੈ। ਹੁਣ ਜਿੱਦਾਂ ਨੂੰ ਕਰਨੇ ਚਾਹੀਦੇ ਆ, ਉਹ ਨਹੀਂ ਹੋ ਪਾ ਰਹੇ, ਬਟ ਰੱਬ ਨੇ ਕਰਾਉਣਾ ਹੁੰਦਾ ਨਾ। ਤੇ ਸਾਨੂੰ ਇਹੀ ਹੈਲਪ ਸਾਨੂੰ ਡੇਰਾ ਬਾਬਾ ਮੁਰਾਦ ਸ਼ਾਹ ਜੀ ਫਾਊਂਡੇਸ਼ਨ ਤੋਂ ਮਿਲ ਰਹੀ ਹੈ। ਉਹਨਾਂ ਨੇ ਕਾਫੀ ਸਾਡੀ ਇਸ ਕੰਪੀਟੀਸ਼ਨ ਤੇ ਬਹੁਤ ਹੈਲਪ ਕੀਤੀ ਹੈ। ਉਹ ਪਹਿਲਾਂ ਵੀ ਕਰਦੇ ਸੀ, ਬਟ ਹੁਣ ਇਸ ਵਾਰੀ ਉਹਨਾਂ ਨੇ ਸਾਡੀ ਬਾਈ ਏਅਰ ਦੇ ਟਿਕਟਸ ਔਰ ਸਾਡੀ ਡਾਈਟ ਦਾ ਸਾਰਾ ਖਰਚਾ ਉਹਨਾਂ ਨੇ ਚੱਕਿਆ ਹੈ। ਸਾਨੂੰ ਮੈਸ਼ਰ ਪ੍ਰੋਵਾਈਡ ਕੀਤਾ, ਕਿਉਂਕਿ ਸਾਡੇ ਕੋਲ ਜਿੱਦਾਂ ਆਪਾਂ ਟ੍ਰੇਨਿੰਗ ਕਰਦੇ ਸਾਡੇ ਕੋਲ ਕੋਈ ਫਿਜ਼ੀਓਥੈਰੇਪਿਸਟ ਨਹੀਂ ਹੁੰਦਾ, ਤੇ ਉਹ ਸਾਡੀ ਟ੍ਰੇਨਿੰਗ ਦਾ ਇੱਕ ਬਹੁਤ ਵੱਡਾ ਪਾਰਟ ਹੈ। ਸਾਡੇ ਕੋਲ ਡਾਈਟੀਸ਼ੀਅਨ ਨਹੀਂ ਹੁੰਦਾ। ਅਸੀਂ ਡਾਈਟ ਕੀ ਲੈਣੀ ਹੈ, ਮਤਲਬ ਜਿਹੜੀ ਡਾਈਟ ਸਾਡੇ ਘਰ 'ਚ ਨਾਰਮਲ ਲੋਕੀ ਖਾ ਰਹੇ ਆ ਉਹੀ ਅਸੀਂ ਖਾ ਰਹੇ, ਤੇ ਉਸ ਚੀਜ਼ ਦੇ ਬਾਰੇ ਸਾਨੂੰ ਨੌਲੇਜ ਨਹੀਂ ਹੈ। ਉਹਨਾਂ ਨੇ ਸਾਨੂੰ ਡਾਈਟੀਸ਼ੀਅਨ ਪ੍ਰੋਵਾਈਡ ਕੀਤਾ, ਤੇ ਸਾਡਾ ਆਉਣ ਜਾਣ ਦਾ ਖਰਚਾ, ਸਾਡਾ ਡਾਈਟ ਦਾ, ਤੇ ਉਹਨਾਂ ਵੱਲੋਂ ਬਹੁਤ ਵੱਡੀ ਹੈਲਪ ਹੋਈ ਹੈ। ਮਤਲਬ ਇੱਕ ਸਾਈਂ ਜੀ ਨੇ ਹੱਥ ਫੜੇ, ਅਸੀਂ ਤਾਂ ਇਹੀ ਸੋਚਦੇ ਹਾਂ ਕਿ ਉਹ ਰੱਬ ਦਾ ਹੀ ਰੂਪ, ਮਤਲਬ ਰੱਬ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ। ਤੇ ਇਹ ਚੀਜ਼ ਸਾਨੂੰ ਕੰਪੀਟੀਸ਼ਨ ਲਈ ਬਹੁਤ ਮੋਟੀਵੇਟ ਕਰਦੀ ਹੈ। ਜਦੋਂ ਅਸੀਂ ਖੇਡਣ ਗਏ ਸੀ ਸਾਨੂੰ ਇੰਨਾ ਨਹੀਂ ਸੀਗਾ, ਬਟ ਅਸੀਂ ਸੋਚਿਆ ਕਿ ਜੇ ਰੱਬ ਨੇ ਸਾਡਾ ਸਾਈਂ ਜੀ ਨੇ ਸਾਡਾ ਹੱਥ ਫੜਿਆ ਹੈ ਤੇ ਅਸੀਂ ਕਿਤੇ ਨਾ ਕਿਤੇ ਉਹਨਾਂ ਨੇ ਕੁਝ ਬਹੁਤ ਵੱਡਾ ਕਰਾਉਣਾ ਹੈ। ਉਹ ਚੀਜ਼ ਸਾਨੂੰ ਮੋਟੀਵੇਟ ਬਹੁਤ ਕਰਦੀ ਹੈ। ਬਾਕੀ ਸਾਰੀ ਚੀਜ਼ਾਂ ਅਸੀਂ ਭੁੱਲ ਜਾਂਦੇ ਹਾਂ, ਕਿਹੜੀ ਚੀਜ਼ ਸਾਨੂੰ ਮਿਲੀ ਨਹੀਂ ਮਿਲੀ। ਜਦੋਂ ਅਸੀਂ ਟਰੈਕ ਤੇ ਕੰਪੀਟੀਸ਼ਨ ਖੇਡਣ ਜਾਂਦੇ ਹਾਂ ਨਾ, ਉਦੋਂ ਅਸੀਂ ਇਹ ਨਹੀਂ ਸੋਚਦੇ ਸਾਨੂੰ ਕਿਹੜੀ ਚੀਜ਼ ਨਹੀਂ ਮਿਲੀ। ਅਸੀਂ ਸਾਰੀ ਪੋਜ਼ੀਟਿਵ ਚੀਜ਼ਾਂ ਲੱਭਦੇ ਹਾਂ ਕਿ ਸਾਡੇ ਕੋਲ ਕੀ ਮਿਲਿਆ ਹੈ। ਇਹ ਚੀਜ਼ ਕਿਸੇ ਨੂੰ ਵੀ ਨਹੀਂ ਮਿਲੀ ਜਿਹੜੀ ਚੀਜ਼ ਸਾਨੂੰ ਦਿੱਤੀ ਹੈ। ਮਤਲਬ ਕਈ ਲੋਕਾਂ ਨੇ ਸੋਚਦੇ ਆ ਕਿ ਗਰਾਊਂਡ ਲੈ ਲੈਣਗੇ ਤੇ ਇਦਾਂ ਹੋ ਜਾਊਗਾ, ਇਹ ਹੋ ਜਾਊਗਾ, ਪਰ ਜਦੋਂ ਸਾਈਂ ਜੀ ਨੇ ਦੇਣਾ ਹੈ ਨਾ, ਉਹਨਾਂ ਨੇ ਉਹ ਇੰਨਾ ਕੁਝ ਦੇ ਦੇਣਾ ਜਿੰਨਾ ਉਹ ਸੋਚ ਵੀ ਨਹੀਂ ਸਕਦੇ ਸੀ। ਤੇ ਅਸੀਂ ਲੋਕਲ ਵੀ ਬੜਾ ਕੁਝ ਟਰਾਈ ਕੀਤਾ, ਚੰਡੀਗੜ੍ਹ ਪੰਜਾਬ 'ਚ ਬਹੁਤ ਕੁਝ ਟਰਾਈ ਕੀਤਾ, ਬਟ ਕੋਈ ਚੀਜ਼ ਅਸਰ ਨਹੀਂ ਕਰਦੀ ਸੀ। ਤੇ ਸਾਨੂੰ ਫਿਰ ਕਿਸੇ ਨੇ ਦੱਸਿਆ ਕਿ ਤੁਸੀਂ ਬੰਬੇ ਫੂਡ ਸਪੈਸ਼ਲਿਸਟ ਕੋਲ ਜਾ ਕੇ ਆਓ, ਤੇ ਅਸੀਂ ਉੱਥੇ ਵੀ ਗਏ। ਉੱਥੇ ਤੋਂ ਡਾਕਟਰ ਨੇ ਸਾਨੂੰ ਜਵਾਬ ਦਿੱਤਾ ਸੀ ਕਿ ਤੁਸੀਂ ਸਪੋਰਟਸ ਨਹੀਂ ਕਰ ਸਕਦੇ ਤੇ ਤੁਸੀਂ ਆਪਣਾ ਕਰੀਅਰ ਚੇਂਜ ਕਰ ਲਓ। ਬਟ ਇੱਕ ਵਾਰੀ ਦੁੱਖ ਵੀ ਬਹੁਤ ਹੋਇਆ ਸੀ, ਸੋਚਿਆ ਵੀ ਸੀਗਾ ਕਿ ਬਾਹਰ ਚਲ ਜਾਂਦੇ ਆ ਜੇ ਡਾਕਟਰ ਨੇ, ਕਿਉਂਕਿ ਅਸੀਂ ਡਾਕਟਰ ਦਾ ਹੀ ਮੰਨਦੇ ਹਾਂ ਕਿ ਡਾਕਟਰ ਨੇ ਕਹਿਤਾ ਤਾਂ ਠੀਕ ਹੈ, ਡਾਕਟਰ ਨੇ ਨਹੀਂ ਕਿਹਾ ਤਾਂ ਨਹੀਂ ਠੀਕ। ਬਟ ਵਹੀ ਹੁੰਦਾ, ਇੱਕ ਚੈਲੰਜ ਵੀ ਮਿਲ ਗਿਆ ਸੀ ਕੋਚ ਸਾਹਿਬ ਨੂੰ। ਉਹਨਾਂ ਨੇ ਮੇਰੀ ਸਾਰੀ ਟ੍ਰੇਨਿੰਗ ਪਲਾਨ ਕੀਤੀ, ਕਿੱਦਾਂ ਅਸੀਂ ਟ੍ਰੇਨਿੰਗ ਕਰਨੀ ਹੈ, ਕਿੱਦਾਂ ਸਾਰੀ ਐਕਸਰਸਾਈਜ਼ਸ ਰੀਹੈਬ ਕਿੱਦਾਂ ਕਰਨਾ ਹੈ। ਫਿਰ ਅਸੀਂ ਕਿਸੇ ਨੇ ਦਿੱਲੀ ਦੱਸਿਆ। ਮਤਲਬ ਅਸੀਂ, ਉਹ ਕਹਿੰਦੇ ਨੇ ਜਦੋਂ ਮੁਸੀਬਤ 'ਚ ਹੁੰਦਾ ਅਸੀਂ ਫਿਰ ਸੋਲਿਊਸ਼ਨ ਵੱਲ ਲੱਭਣ ਲੱਗ ਪਏ ਕਿ ਅਸੀਂ ਕੀ ਕਰ ਸਕਦੇ ਹਾਂ। ਅਸੀਂ ਉਹ ਚੀਜ਼ ਭੁੱਲ ਗਏ ਸੀ ਕਿ ਸਾਨੂੰ ਡਾਕਟਰ ਨੇ ਕਿਹਾ ਕੀ ਹੈ ਕਿ ਅਸੀਂ ਬਸ ਇਹੀ ਸੋਚਿਆ ਕਿ ਅਸੀਂ ਕਰਨਾ ਹੈ, ਭਾਵੇਂ ਸਾਲ 'ਚ ਕਰੀਏ, 2 ਸਾਲ 'ਚ ਕਰੀਏ, 3 ਸਾਲ 'ਚ ਕਰੀਏ, ਪਰ ਇੱਕ ਵਾਰੀ ਠੀਕ ਕਰਕੇ ਉਹਨੂੰ ਵਾਪਸ ਜ਼ਰੂਰ ਆਉਣਾ ਹੈ। ਤੇ ਲੋਕਾਂ ਨੂੰ ਕੀ ਮੈਸੇਜ ਹੈ? ਲੋਕ ਕਿਹੜੇ ਯੂਥ ਹੈ ਸਪੋਰਟ ਤੋਂ ਦੂਰ ਜਾ ਰਹੇ ਨੇ, ਨਸ਼ੇ ਵੱਲ ਸਭ ਤੋਂ ਜ਼ਿਆਦਾ ਅੱਗੇ ਵੱਧਦੇ ਪਏ ਨੇ। ਪੰਜਾਬ ਦੇ ਵਿੱਚ ਨਸ਼ੇ ਦੀ ਦੌੜ ਕਿਹੜੀ ਹੈ ਜ਼ਿਆਦਾ ਵੱਧਦੀ ਜਾ ਰਹੀ? ਸਰ ਇੱਕ ਤਾਂ ਸਕੂਲ 'ਚ ਜਿਹੜੇ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਹੁੰਦਾ ਉਹਨੂੰ ਵੀ ਇਕੁਅਲ ਅਹਿਮੀਅਤ ਦੇਣੀ ਚਾਹੀਦੀ, ਜਿੰਨੀ ਅਸੀਂ ਸਾਇੰਸ ਨੂੰ, ਕੈਮਿਸਟਰੀ ਨੂੰ, ਫਿਜ਼ਿਕਸ ਨੂੰ ਜਾਂ ਮੈਥਸ ਨੂੰ ਦਿੰਦੇ ਹਾਂ। ਸਭ ਤੋਂ ਮੇਨ ਵੱਡਾ, ਕਿਉਂਕਿ ਉੱਥੋਂ ਹੀ ਲੋਕਾਂ ਨੂੰ, ਸਟੂਡੈਂਟਸ ਨੂੰ, ਸਾਡੇ ਸਕੂਲ ਦੇ ਜਿਹੜੇ ਸਟੂਡੈਂਟਸ ਉਹਨਾਂ ਨੂੰ ਸਪੋਰਟਸ ਦੀ ਅਹਿਮੀਅਤ ਪਤਾ ਲੱਗੂਗੀ ਕਿ ਉਹ ਸਾਡੀ ਬੋਡੀ 'ਚ ਤੇ ਸਾਡੀ ਲਾਈਫ 'ਚ ਕਿੰਨਾ ਵੱਡਾ ਰੋਲ ਪਲੇ ਕਰਦੀ ਹੈ। ਤੇ ਸਰਕਾਰਾਂ ਨੂੰ ਛੋਟੀ ਗਰਾਊਂਡਸ, ਵੱਡੇ ਸਟੇਡੀਅਮ ਬਣਾਉਣ ਨਾਲੋਂ ਛੋਟੀ ਗਰਾਊਂਡ, ਜਿੰਨੀ ਜ਼ਿਆਦਾ ਗਰਾਊਂਡ ਬਣਾ ਸਕਦੇ ਆ। ਜਦੋਂ ਗਰਾਊਂਡ ਹੋਊਗੀ ਫਿਰ ਆਊਗੀ। ਜੇ ਉਹਨਾਂ ਕੋਲ ਗਰਾਊਂਡਾਂ ਹੀ ਨਹੀਂ ਹੈ, ਉਹਨਾਂ ਨੇ ਐਨਰਜੀ ਤੋਂ ਕਿਤੇ ਲਾਣੀ ਹੈ ਨਾ, ਫਿਰ ਉਹਨਾਂ ਨੇ ਯਾਰ ਦੋਸਤ ਨਾਲ ਘੁੰਮ ਫਿਰ ਕੇ ਚਲੋ ਇੱਧਰ ਗੇੜੀ ਮਾਰ ਆਈਏ, ਮਾਡਲ ਟਾਊਨ ਜਾਈਏ। ਜੇ ਉਹਨਾਂ ਕੋਲ ਗਰਾਊਂਡ ਹੋਊਗੀ ਉਹ ਉੱਥੇ ਮਿਲਣ, ਉੱਥੇ ਟੀਮ ਖੇਡਣ, ਨਾਲੇ ਉਹਨਾਂ ਦਾ ਸਰਕਲ ਵੀ ਵਧੀਆ ਬਣੂਗਾ, ਫਰੈਂਡਲੀ ਮਾਹੌਲ ਬਣੂਗਾ, ਤੇ ਨਾਲੇ ਉਹਨਾਂ ਨੂੰ ਸਾਰਿਆਂ ਨੂੰ ਮਿਲਣਾ ਵਰਤਣਾ ਵੀ ਆਊਗਾ ਕਿ ਅਸੀਂ ਸਪੋਰਟਸਮੈਨ, ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿ ਅਸੀਂ ਸਾਰੇ ਨਾਲ ਕਿੱਦਾਂ ਵਧੀਆ ਰਹਿਣਾ ਹੈ, ਤੇ ਉਹਨਾਂ ਨਾਲ ਖੇਡਣ, ਉਹਨਾਂ ਨਾਲ ਇੰਜੋਏ ਕਰਨ। ਉੱਥੇ ਉਹਨਾਂ ਦਾ ਜਿਹੜਾ ਟਾਈਮ ਜਿਹੜਾ ਉਹਨਾਂ ਕੋਲ ਫालतू, ਮਤਲਬ ਐਕਸਟਰਾ, ਕਿਉਂਕਿ ਜੌਬ ਨਹੀਂ ਹੈ ਸਾਡੇ, ਸਭ ਤੋਂ ਵੱਡੀ ਪ੍ਰੋਬਲਮ ਇਹ ਹੋ ਰਹੀ ਹੈ ਸਾਡੀ ਯੂਥ ਦੇ ਕੋਲ ਟਾਈਮ, ਮਤਲਬ ਕੋਈ ਕੰਮ ਕਰਨ ਨੂੰ। ਹੁਣ ਕਰੋਨਾ ਨੇ ਤਾਂ ਹੋਰ ਜ਼ਿਆਦਾ ਕਰਤਾ, ਹੋਰ ਵੇਲੇ ਕਰਤੇ ਸਟੂਡੈਂਟਸ। ਤੇ ਜਿੱਦਾਂ ਗਰਾਊਂਡਸ ਹੋਣਗੇ, ਉਹਨਾਂ ਨੇ ਆਪਣੀ ਐਨਰਜੀ ਉੱਥੇ ਲਾਣਗੇ, ਉਹਨਾਂ ਦੇ ਸਰੀਰ ਵਧੀਆ ਬਣਨਗੇ, ਉਹਨਾਂ ਨੂੰ ਵੀ ਵਧੀਆ ਫੀਲ ਹੋਊਗਾ। ਤੇ ਇੱਕ ਬੋਡੀ ਸਾਡੀ ਕੰਮ ਕਰਦੀ ਹੈ, ਜਦੋਂ ਆਪਾਂ ਫਿਜ਼ੀਕਲ ਐਕਟੀਵਿਟੀ ਕਰਦੇ ਨਾ, ਸਾਡਾ ਮਾਈਂਡ ਵੀ ਉੱਦਾਂ ਹੀ ਕੰਮ ਕਰਦਾ ਹੈ। ਸਾਡਾ ਥੋੜ੍ਹਾ ਜਿਹਾ ਸਾਨੂੰ ਗੁੱਡ ਹਾਰਮੋਨ ਸਾਡੇ ਵਧੀਆ ਫੀਲ ਹੋਣਗੇ। ਤੇ ਇੱਦਾਂ ਕਰਕੇ ਥੋੜ੍ਹਾ ਜਿਹਾ ਗਰਾਊਂਡਾਂ ਵੱਲ ਧਿਆਨ ਦੇਣ।
ਵਧੀਆ ਐਥਲੀਟਾਂ ਨੂੰ ਰੋਲ ਮਾਡਲ ਬਣਾਉਣ, ਉਹਨਾਂ ਦੇ ਪੋਸਟਰ ਲਾਉਣ ਜਿਹੜੇ ਮੈਡਲ ਜਿੱਤਦੇ ਆ, ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਵੀ ਹੋਪ ਹੋ ਕਿ ਸ਼ਾਇਦ ਅਸੀਂ ਵੀ ਇੱਦਾਂ ਕਰ ਸਕਦੇ ਹਾਂ। ਅਤੇ ਇਹ ਚੀਜ਼ਾਂ ਸਾਨੂੰ ਅੱਗੇ ਲਾਉਣ ਦੀ ਲੋੜ ਹੈ। ਜਿਹੜੀ ਚੀਜ਼ ਵਹੀ ਮੈंने ਕਿਹਾ ਨਾ, ਜਿਹੜਾ ਕੰਮ ਕਰਨਾ ਉਹ 'ਤੇ ਫੋਕਸ ਕਰ ਦਿਓ ਕਿ ਵੱਡੇ ਐਥਲੀਟਾਂ ਦੀ ਪੋਸਟਰਸ ਲਾਉਣ, ਵੱਡੇ ਉਹਨਾਂ ਦੇ ਬਾਰੇ ਲਿਖਣ, ਉਹਨਾਂ ਦੀ ਸਟੋਰੀਆਂ ਲਿਖਣ, ਉਹਨਾਂ ਨੂੰ ਨਿਊਜ਼ਪੇਪਰ 'ਚ ਦਿਖਾਉਣ, ਉਹਨਾਂ ਦੀ ਟੀਵੀ 'ਤੇ ਦਿਖਾਉਣ ਕਿ ਹਾਂ ਇਹਨਾਂ ਨੇ ਇੱਦਾਂ ਕੀਤਾ। ਮੋਟੀਵੇਟ ਹੁੰਦੇ ਆ ਆਪਾਂ, ਅਸੀਂ ਵੀ ਬਹੁਤ ਸਪੋਰਟਸਮੈਨਾਂ ਨੂੰ ਦੇਖ ਕੇ ਵਧੀਆ ਸਟੋਰੀਆਂ ਸੁਣ ਕੇ ਸਾਨੂੰ ਵੀ ਜਦੋਂ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ, ਅਸੀਂ ਵੀ ਫਿਰ ਬੁੱਕਸ ਪੜ੍ਹਦੇ ਹਾਂ ਕਿ ਹਾਂ ਕਿਹੜਾ ਬੰਦੇ ਨੇ ਹਰ ਕੋਈ ਲਾਈਫ 'ਚ ਸਟਰਗਲ ਕਰਦਾ ਹੈ। ਅਸੀਂ ਵੀ ਫਿਰ ਉਹਨਾਂ ਨੂੰ ਦੇਖਦੇ ਹਾਂ ਕਿ ਉਹਨਾਂ ਨੇ ਇੱਦਾਂ ਸਟਰਗਲ ਕੀਤੀ ਹੈ, ਉਹਨਾਂ ਨੂੰ ਦੇਖ ਕੇ ਅਸੀਂ ਵੀ ਮੋਟੀਵੇਟ ਹੋਈਦਾ ਹੈ। ਅਤੇ ਫਿਰ ਬਾਕੀ ਜੇ ਅਸੀਂ ਹੋ ਸਕਦੇ ਹਾਂ ਤਾਂ ਫਿਰ ਸਾਰੇ ਬਾਕੀ ਵੀ ਹੋ ਸਕਦੇ ਆ। ਹੋਰ ਕੁਛ ਨਹੀਂ ਹੈ। ਸਰਕਾਰਾਂ ਵਾਅਦੇ ਜ਼ਰੂਰ ਕਰਦੀਆਂ, ਉਹ ਚੀਜ਼ਾਂ ਪੂਰੀਆਂ ਪੂਰੀ ਨਹੀਂ ਹੁੰਦੀ। ਹਾਂਜੀ, ਕੁਛ ਜਿਸ ਇਨਸਾਨ ਦੀ ਜਿੱਥੇ ਤੱਕ ਚੱਲਦੀ ਹੈ ਉਹ ਆਪਣੀ ਉੱਥੇ ਤੱਕ ਚਲਾਉਂਦਾ ਹੈ। ਜਿਹਦੀ ਚਲੀ ਕਿ ਸਾਨੂੰ ਗਰਾਊਂਡ ਤੋਂ ਰੋਕ ਸਕਦੇ ਸੀ, ਉਹਨਾਂ ਨੇ ਗਰਾਊਂਡ ਤੋਂ ਰੋਕਤਾ। ਠੀਕ ਹੈ, ਜਿਹਦੀ ਜਿੱਥੇ ਤੱਕ ਚੱਲੂਗੀ ਉਹ ਉਹਨਾਂ ਕਿਸੇ ਦੀ ਸੁਣਨੀ ਨਹੀਂ, ਜਿਹਨੇ ਨਹੀਂ ਸੁਣਨੀ ਉਹਦੀ ਜਿਹਦੀ ਈਗੋ ਦੇ ਗੱਲ ਆ ਗਈ, ਉਹਨੇ ਕਿਸੇ ਦੀ ਨਹੀਂ ਸੁਣਨੀ। ਤੁਸੀਂ ਜੋ ਮਰਜ਼ੀ ਕਰੋ। ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਬਹੁਤ ਸਟੇਡੀਅਮ ਦੇ ਮਾੜੇ ਹਾਲ ਹੈਗੇ ਆ, ਗਰਾਊਂਡਾਂ ਦੇ ਮਾੜੇ ਹਾਲ ਹੈਗੇ ਆ। ਵਾਅਦੇ ਤਾਂ ਵੱਡੀਆਂ ਸਰਕਾਰਾਂ ਕਰਦੀਆਂ ਵੀ ਆ, ਕਿਹੜੀ ਸਪੋਰਟਸ ਦੀ ਬਾਂਹ ਨਹੀਂ ਫੜੀ ਜਾਂਦੀ ਵੀ। ਕਿਹੜੇ ਕੋਚ ਵੀ ਆ ਉਹ ਵੀ ਹਿੰਮਤ ਹਾਰਦੇ ਪਏ ਨੇ, ਤੇ ਦੇਖਣ ਨੂੰ ਨਜ਼ਰ ਆਉਂਦਾ ਹੌਲੀ ਪਿੱਛੇ ਹਟਦੇ ਪਏ ਨੇ ਸਪੋਰਟਸ ਤੋਂ। ਕਿਹੜੇ ਕੋਚ? ਹਾਂਜੀ ਸਰ, ਸਭ ਤੋਂ ਇੱਕ ਇਹ ਵੀ ਬਹੁਤ ਵੱਡਾ ਟੌਪਿਕ ਬਣਦਾ ਹੈ ਅੱਜ ਦੇ ਟਾਈਮ 'ਤੇ। ਜਿਹੜੇ ਕੋਚ ਹੈ ਨਾ ਸਾਡੇ, ਉਹਨਾਂ ਨੂੰ ਥੋੜ੍ਹੀ ਸ਼ਾਬਾਸ਼ੀ ਦੇਣ ਦੀ ਬਹੁਤ ਲੋੜ ਹੈ, ਕਿਉਂਕਿ ਉਹਨਾਂ ਨੇ ਹੀ ਟੈਲੈਂਟ ਲੱਭਣਾ ਹੈ, ਉਹਨਾਂ ਨੇ ਸਪੋਰਟਸਮੈਨ 'ਤੇ ਕੰਮ ਕਰਨਾ ਹੈ। ਅਸੀਂ ਕਹੀਏ ਕਿ ਇੱਕ ਰੇਸ ਤੋਂ ਮੈਂ ਭੱਜੀ ਹਾਂ, ਪਰ ਜਿਹੜਾ ਸਮਝੋ ਉਹ 'ਚ 90% ਕੰਮ ਕੋਚ ਦਾ ਹੁੰਦਾ, ਅਸੀਂ ਤਾਂ ਸਿਰਫ ਕਰਨਾ ਹੈ, ਸਿਰਫ ਇੰਪਲੀਮੈਂਟ ਕਰਨਾ ਹੈ। ਪਰ ਜਿਹੜਾ ਉਹਦੇ ਪਿੱਛੇ ਸਾਰਾ ਦਿਮਾਗ, ਸਾਰੀ ਮਿਹਨਤ, ਅਸੀਂ ਆਪਣੇ ਕੋਚ ਸਾਹਿਬ ਨੂੰ ਦੇਖਦੇ ਹਾਂ ਕਿ ਸਾਡੇ ਨਾਲ ਟ੍ਰੇਨਿੰਗ ਲਈ ਬਾਹਰ ਜਾਂਦੇ ਹਾਂ। ਇੱਦਾਂ ਦੇ ਟਾਈਮ ਵੀ ਦੇਖਿਆ ਸੀ ਜਦੋਂ ਸਾਡੀ ਟ੍ਰੇਨਿੰਗ ਚੱਲਦੀ ਹੁੰਦੀ, ਜਦੋਂ ਮੈਂ ਥੋੜ੍ਹੀ ਫਿੱਟ ਨਹੀਂ ਸੀਗੀ। ਸਰ ਸਾਰੀ ਰਾਤ ਸੌਂਦੇ ਨਹੀਂ ਹੁੰਦੇ ਸੀ ਕਿ ਅਗਲਾ ਪਲਾਨ ਕੀ ਕਰਨਾ ਹੈ, ਕਿੱਦਾਂ ਇਹਨੂੰ ਠੀਕ ਕਰਨਾ ਹੈ। ਅਤੇ ਹਾਂਜੀ, ਹੁਣ ਨਵੀਂ ਸਰਕਾਰ ਬਣੀ ਹੈ, ਸਾਨੂੰ ਉਮੀਦ ਹੈ ਜਿੱਦਾਂ ਕੇਜਰੀਵਾਲ ਸਰ ਨੇ ਦਿੱਲੀ 'ਚ ਸਪੋਰਟਸਮੈਨ ਦੀ ਹੁਣ ਕਾਫੀ ਸਕਾਲਰਸ਼ਿਪ ਔਰ ਸਾਰੀ ਚੀਜ਼ਾਂ ਸਟਾਰਟ ਕੀਤੀਆਂ, ਅਤੇ ਉਹ ਚੀਜ਼ ਕਰਨ ਅਤੇ ਸਾਡੇ ਕੋਚ ਵੱਲ ਵੀ ਥੋੜ੍ਹਾ ਜਿਹਾ ਧਿਆਨ ਦਿੱਤਾ ਜਾਵੇ। ਮੈਂ ਮੰਨਦੀ ਹਾਂ ਸਪੋਰਟਸਮੈਨ ਤੋਂ ਜ਼ਿਆਦਾ ਮੇਰੇ ਕੋਚ ਨੂੰ ਅੱਗੇ ਰੱਖਣਾ ਚਾਹੀਦਾ ਹੈ, ਕਿਉਂਕਿ ਉਹੀ ਹੈ ਜਿਹੜੇ ਹੋਰ 10 ਐਥਲੀਟਾਂ ਨੂੰ ਅਟਰੈਕਟ ਕਰਨਗੇ। ਦੂਸਰੀ ਗੱਲ ਹੈ, ਇਹ ਤੇ ਗੱਲ ਹੋ ਗਈ ਸਪੋਰਟਸ ਦੀ। ਸਭ ਤੋਂ ਜ਼ਿਆਦਾ ਫੈਮਿਲੀ ਨੂੰ ਕਿੰਨਾ ਟਾਈਮ ਦਿੰਦੇ ਹੋ, ਕਿੰਨਾ ਸਪੋਰਟਸ ਨੂੰ ਟਾਈਮ ਦਿੰਦੇ ਹੋ? ਸਰ ਫੈਮਿਲੀ ਨੂੰ ਟਾਈਮ ਦੀ ਗੱਲ ਕਰੀਏ, ਸਰ ਫੈਮਿਲੀ ਨੂੰ ਟਾਈਮ ਤੋਂ ਹੁਣ ਮੈਨੂੰ 3 ਸਾਲ ਹੋ ਗਏ ਸਰ, ਮੈਂ ਘਰੇ ਨਹੀਂ ਗਈ। ਹਾਂਜੀ, ਕਰੋਨਾ ਤੋਂ ਪਹਿਲਾਂ ਫਿਰ ਇੰਜਰੀ ਆ ਗਈ, ਫਿਰ ਸਾਡਾ ਟਾਰਗੇਟ ਇਹ ਹੋ ਗਿਆ ਸੀ ਕਿ ਫਿੱਟ ਹੋਣਾ ਹੈ, ਮਤਲਬ ਸਾਰਾ ਕੁਝ ਭੁੱਲ ਕੇ। ਮੈਂ ਕਿਹਾ ਮਤਲਬ ਸਟਰਗਲ ਬਹੁਤ ਕਰਨੀ ਪੈਂਦੀ ਹੈ। ਲੋਕੀ ਸੋਚਦੇ ਬਹੁਤ ਸੌਖਾ ਕੰਮ ਹੁੰਦਾ, ਕਈ ਵਾਰੀ ਬਹੁਤ ਜ਼ਿਆਦਾ ਹੋਮ ਸਿਕ ਫੀਲ ਕਰਦੇ ਆ। ਫਿਰ ਆਪਣੇ ਆਪ ਨੂੰ ਸਮਝਾ ਲਈਦਾ ਹੈ ਕਿ ਨਹੀਂ, ਗਰਾਊਂਡ 'ਤੇ ਪਹਿਲੇ ਟ੍ਰੇਨਿੰਗ ਕਰਨੀ ਹੈ, ਕੁਝ ਇੱਦਾਂ ਦਾ ਕਰਕੇ ਜਾਈਏ ਕਿ ਉਹਨਾਂ ਨੂੰ ਵੀ ਵਧੀਆ ਫੀਲ ਹੋਵੇ। ਹਾਂਜੀ, ਬੋਲਦੇ ਆ ਹੁਣ ਫੈਮਿਲੀ ਨੂੰ ਘੱਟ ਹੀ ਟਾਈਮ ਦੇਈਦਾ ਹੈ, ਸਾਰਾ ਟਾਈਮ ਸਪੋਰਟਸ ਵੱਲ ਹੀ ਹੁੰਦਾ। ਜਿੱਦਾਂ ਸਵੇਰੇ ਟ੍ਰੇਨਿੰਗ ਕੀਤੀ ਅਤੇ ਫਿਰ ਡਾਈਟ ਦਾ ਕਰਨਾ ਪੈਂਦਾ ਹੈ, ਫਿਰ ਰੈਸਟ ਕਰਨੀ ਹੁੰਦੀ ਹੈ, ਸ਼ਾਮ ਦੇ ਈਵਨਿੰਗ ਦਾ ਫਿਰ ਸੈਸ਼ਨ ਹੁੰਦਾ ਹੈ, ਅਤੇ ਫਿਰ ਰਾਤ ਨੂੰ ਵੀ ਸੋਚੀਦਾ ਹੈ ਕਿ ਛੇਤੀ ਸੋ ਜਾਈਏ। ਘਰੇ ਤੋਂ ਕਈ ਵਾਰ ਇੱਦਾਂ ਹੁੰਦਾ 3-3 4-4 ਦਿਨ ਗੱਲ ਵੀ ਨਹੀਂ ਹੁੰਦੀ, ਕਿ ਘਰ ਦੇ ਵੀ ਕਹਿੰਦੇ ਕਿ ਡਿਸਟਰਬ ਨਾ ਕਰੀਏ, ਉਹਨਾਂ ਨੇ ਆਪਣੀ ਟ੍ਰੇਨਿੰਗ 'ਤੇ ਫੋਕਸ ਕਰਨਾ ਹੈ, ਅਤੇ ਇੱਦਾਂ ਹੀ ਚੱਲ ਰਿਹਾ ਹੈ। ਹੁਣ ਸੋਚਿਆ ਸਿਲਵਰ ਮੈਡਲ ਲੈ ਕੇ ਹੋਏ ਤੇ ਘਰ ਦੇ ਕਿੰਨੇ ਖੁਸ਼ ਹੋਏ? ਸਰ ਖੁਸ਼ ਤਾਂ ਹੋਏ, ਪਰ ਉਹਨਾਂ ਨੂੰ ਵੀ ਹੋਰ ਉਮੀਦ ਸੀਗੀ। ਫਿਰ ਉਹਨਾਂ ਨੂੰ ਦੱਸਿਆ ਕਿ ਹੁਣ ਏਸ਼ੀਅਨ ਗੇਮਸ ਨੈਕਸਟ ਈਅਰ ਪੋਸਟਪੋਨ ਹੋ ਗਏ। ਉਹਨਾਂ ਦਾ ਇੱਕ ਹਜੇ ਹੁਣ ਸਭ ਤੋਂ ਵੱਡਾ ਟਾਰਗੇਟ ਇਹੀ ਹੈ ਕਿ ਏਸ਼ੀਅਨ ਗੇਮਸ 골ਡ ਮੈਡਲ ਲੈਣਾ ਹੈ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਓਲੰਪਿਕਸ, ਔਰ ਇਸਕੇ ਬਾਅਦ ਉਹਨਾਂ ਨੂੰ ਹੋਰ ਵਧੀਆ ਫੀਲ ਹੋਊਗਾ। ਦੇਖਿਆ, ਅਸੀਂ ਟਵਿੰਕਲ ਦੇ ਨਾਲ ਗੱਲਬਾਤ ਕੀਤੀ ਗਈ ਹੈ। ਟਵਿੰਕਲ ਦਾ ਕਹਿਣਾ ਹੈ ਜੋ ਪੰਜਾਬ ਦੇ ਪਲੇਅਰ ਹੈਗੇ ਆ, ਸਿਲਵਰ ਮੈਡਲ ਜੋ 골ਡ ਮੈਡਲ ਜਿੱਤ ਕੇ ਆਉਂਦੇ ਨੇ, ਕਿਦੋਂ ਇੱਥੇ ਪੰਜਾਬ ਤੇ ਜਲੰਧਰ ਪਹੁੰਚਦੇ ਨੇ ਤੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਔਖ ਹੁੰਦੀ ਹੈ ਗਰਾਊਂਡਾਂ ਦੀ। ਕਿਦੋਂ ਇੱਥੇ ਪਹੁੰਚਦੇ ਨੇ, ਆਪਣੀ ਟ੍ਰੇਨਿੰਗ ਕਰਨ ਲਈ ਜਾਂਦੇ ਨੇ ਤੇ ਉਹਨਾਂ ਨੂੰ ਮਨਾ ਕੀਤਾ ਜਾਂਦਾ ਹੈ। ਤੇ ਸਾਡੇ ਨਾਲ ਕੋਚ ਸਾਹਿਬ, ਆਪਾਂ ਗੱਲਬਾਤ ਕਰਦੇ ਹਾਂ। ਕੋਚ ਸਾਹਿਬ, ਤੁਹਾਡੇ ਕੋਲ ਪਿਛਲੇ 7 ਸਾਲ ਤੋਂ ਟਵਿੰਕਲ ਆਈ ਹੋਈ ਹੈ, ਤੁਸੀਂ ਕਰ ਰਹੇ ਹੋ ਪੂਰੀ ਸਪੋਰਟ ਦੀ, ਉਹਨੂੰ ਟਾਈਮ ਦੇ ਰਹੇ ਹੈਗੇ ਹੋ, ਬਾਕੀ ਵੀ ਬੱਚਿਆਂ ਨੂੰ ਟਾਈਮ ਦਿੰਦੇ ਹੈਗੇ ਹੋ, ਸਭ ਤੋਂ ਜ਼ਿਆਦਾ ਟਵਿੰਕਲ ਨੂੰ ਟਾਈਮ ਦੇ ਰਹੇ ਹੋ, ਕਿਹੜਾ ਹੁਣ ਸਿਲਵਰ ਮੈਡਲ ਲੈ ਕੇ ਆਈ ਹੈ। ਹਾਂਜੀ, ਬੜੀ ਖੁਸ਼ੀ ਹੁੰਦੀ ਹੈ ਜਦੋਂ ਐਥਲੀਟਸ, ਖਾਸ ਕਰਕੇ ਜਦੋਂ ਲੋਕ ਇਹ ਮੰਨ ਜਾਣ ਕਿ ਹਾਂ ਵੀ ਹੁਣ ਟਵਿੰਕਲ ਦੀ ਇੰਜਰੀ ਆ ਗਈ ਹੈ, ਟਵਿੰਕਲ ਨਹੀਂ ਭੱਜ ਸਕਦੀ। ਉਸ ਤੋਂ ਬਾਅਦ ਅਸੀਂ ਫਿਰ ਉੱਠ ਕੇ ਆਉਂਦੇ ਹਾਂ ਅਤੇ ਉਹਦੇ ਨਾਲ ਜੇ ਆਪਣਾ ਤਾਂ ਇੱਕ ਕੌਨਫੀਡੈਂਸ ਵੱਧਦਾ ਆ, ਅਤੇ ਸਾਨੂੰ ਲੱਗਦਾ ਸੀ ਆਉਣ ਵਾਲੀ ਜਿਹੜੇ ਹੋਰ ਐਥਲੀਟਸ ਆ ਉਹਨਾਂ ਦਾ ਵੀ ਹੌਸਲਾ ਵਧਾਉਂਦੇ ਹਾਂ, ਕਿ ਉਹਨਾਂ ਨੂੰ ਦਿਖਾਉਂਦੇ। ਡਾਕਟਰ ਦਾ ਲਿਖਿਆ ਹੋਇਆ, ਜੇ ਤੁਸੀਂ ਦੇਖ ਸਕਦੇ, ਫਾਈਲ ਸਾਡੇ ਕੋਲ ਪਈ ਆ, ਜਿਹਦੇ ਵਿੱਚ ਉਹਨਾਂ ਨੇ ਲਿਖ ਕੇ ਦਿੱਤਾ ਹੋਇਆ ਕਿ ਇਹ ਭੱਜ ਨਹੀਂ ਸਕਦੀ, ਅਤੇ ਜੇ ਆਪਣਾ ਆਪਰੇਸ਼ਨ ਕਰਾ ਲੂਗੀ ਫਿਰ ਵੀ ਸਾਡੀ ਕੋਈ ਗਰੰਟੀ ਨਹੀਂ ਹੈਗੀ। ਅਤੇ ਉਹਦੇ ਬਾਵਜੂਦ ਵੀ ਜੇ ਅਸੀਂ ਕੀਤਾ, ਅਤੇ ਅਸੀਂ ਸਿਰਫ ਆਪਣੇ ਐਥਲੀਟਸ ਨੂੰ, ਇੱਦਾਂ ਦੀਆਂ ਬਹੁਤ ਉਦਾਹਰਨਾਂ ਸਾਡੇ ਐਥਲੈਟਿਕਸ ਦੇ ਵਿੱਚ। ਬੜੇ ਸਾਡੇ ਬਹਾਦਰ ਸਿੰਘ ਜੀ ਪਦਮ ਸ਼੍ਰੀ ਸੀ, ਉਹਨਾਂ ਦੇ ਨੀ ਦੀ ਪ੍ਰੋਬਲਮ ਆ ਗਈ ਸੀ, ਅਤੇ ਉਹ ਡਾਕਟਰ ਨੇ ਕਹਿ ਦਿੱਤਾ ਸੀ ਕਿ ਨੀ ਤੇਰੇ ਬਿਲਕੁਲ ਖ਼ਰਾਬ ਆ। ਜਦੋਂ ਟਵਿੰਕਲ ਸਟਾਰਟਿੰਗ 'ਚ ਆਈ ਉਦੋਂ ਵੀ ਇਹਦੇ ਨੀ ਦੀ ਥੋੜ੍ਹੀ ਪ੍ਰੋਬਲਮ ਸੀ, ਅਤੇ ਲੋਕਲ ਇੱਥੇ ਡਾਕਟਰ ਨੇ ਕਹਿ ਦਿੱਤਾ ਸੀ, ਇਹ ਤਾਂ ਮਤਲਬ 7 ਸਾਲ ਪਹਿਲੇ, ਕਿ ਇਹਦਾ ਨੀ ਤਾਂ ਬਿਲਕੁਲ ਖ਼ਰਾਬ ਆ ਜੀ, ਅੰਦਰੋਂ ਖ਼ਤਮ ਆ ਜੀ, ਇਹ ਤਾਂ ਭੱਜ ਨਹੀਂ ਸਕਦੀ।
ਤੇ ਉਹ ਅਸੀਂ ਇਹ ਕਹਿੰਦੇ ਆ ਕਿ ਇਹਨੇ ਕਰਕੇ ਦਿਖਾਇਆ ਤੇ ਲੋਕ ਹੋਰ ਵੀ ਕਰਕੇ ਦਿਖਾ ਸਕਦੇ ਆ, ਇਹਦੇ ਵਿੱਚ ਅਸੀਂ ਵਧੀਆ ਫੀਲ ਕਰਦੇ। ਜ਼ਿਆਦਾ ਤੁਸੀਂ ਟਵਿੰਕਲ ਨੂੰ ਟਾਈਮ ਦਿੱਤਾ, ਇਹਨੂੰ ਲੈ ਕੇ ਵੀ ਜਾਂਦੇ ਰਹੇ ਬੰਬੇ ਦੇ ਵਿੱਚ, ਚੈੱਕਅਪ ਵੀ ਕਰਵਾਇਆ ਬੰਬੇ ਤੋਂ, ਚੰਡੀਗੜ੍ਹ ਵੀ ਕਰਾਇਆ। ਸਭ ਤੋਂ ਜ਼ਿਆਦਾ ਟਵਿੰਕਲ ਵੀ ਇਹ ਕਹਿ ਰਹੀ ਹੈ ਸਭ ਤੋਂ ਜ਼ਿਆਦਾ ਕੋਚ ਸਾਹਿਬ ਦਾ ਸਿਰ ਤੇ ਹੱਥ ਹੁੰਦਾ ਹੈ। ਮੈਂ ਜੀ ਸਾਰਿਆਂ ਤੇ ਉਨਾ ਹੀ ਟਾਈਮ ਦਿੰਦਾ ਕਿ ਜਿੰਨਾ ਟਵਿੰਕਲ ਤੇ ਦਿੰਦਾ। ਮੇਰੇ ਕੋਲ ਗੁਰਿੰਦਰ ਆ, ਮੇਰੇ ਪਹਿਲੇ ਵੀ ਏਸ਼ੀਅਨ ਗੇਮ ਜਿਹੜਾ ਮਨਜੀਤ ਸਿੰਘ 2018 ਚ ਏਸ਼ੀਅਨ ਗੇਮ ਗੋਲਡ ਲਿਆ ਮਨਜੀਤ, ਉਹ ਵੀ ਮੇਰੇ ਕੋਲ ਹੀ ਸੀ। ਸਰਜਰੀ ਆਈ ਹੈ ਤੇ ਕੀ ਪ੍ਰੋਬਲਮ ਕਿੱਦਾਂ ਆਈ ਹੈਗੀ ਹੈ, ਦੌੜ ਦੇ ਵਿੱਚ ਆਈ ਹੈ ਜਾਂ? ਨਹੀਂ, ਸਰਜਰੀ ਤਾਂ ਆਪਾਂ ਹੋਣ ਨਹੀਂ ਦਿੱਤੀ। ਉਹ ਤਾਂ ਡਾਕਟਰ ਨੇ ਕਿਹਾ ਸੀ ਕਿ ਸਰਜਰੀ ਕਰਾ ਕੇ ਉਹਨੂੰ ਕੱਟ ਕੇ ਕਰਨਾ ਪਊਗਾ, ਕਿ ਜੇ ਠੀਕ ਹੋ ਗਿਆ, ਪਰ ਫਿਰ ਵੀ ਉਹ ਉੱਦਾਂ ਨਹੀਂ ਭੱਜ ਪਾਊਗੀ। ਅਸੀਂ ਉਹਨੂੰ ਐਕਸਰਸਾਈਜ਼ ਦੇ ਨਾਲ ਹੀ ਠੀਕ ਕੀਤਾ। ਜਿੱਦਾਂ ਹੋਰ ਦਿੱਲੀ ਜਾਂਦੀ ਰਹੀ, ਤੁਹਾਨੂੰ ਦੱਸਿਆ ਕਿ ਹਫ਼ਤੇ 'ਚ 2 ਦਿਨ ਜਾਂਦੀ ਸੀ, ਤੇ ਉੱਥੇ ਸਿਰਫ 15-20 ਮਿੰਟ ਦਾ ਟਰੀਟਮੈਂਟ ਹੁੰਦਾ ਸੀ। ਉਹਦੇ ਲਈ ਦਿੱਲੀ ਜਾਣਾ ਪੈਂਦਾ ਸੀ, 15-20 ਮਿੰਟ ਦਾ ਟਰੀਟਮੈਂਟ ਕਰਕੇ ਫਿਰ ਵਾਪਸ ਆਉਣਾ ਪੈਂਦਾ ਸੀਗਾ। ਤੇ ਉਹਦੇ ਨਾਲ ਬਹੁਤ ਸਾਰੀਆਂ ਐਕਸਰਸਾਈਜ਼ ਹੁੰਦੀਆਂ, ਕਿਉਂਕਿ ਸਾਨੂੰ ਪੱਕਾ ਪਤਾ ਲੱਗ ਚੁੱਕਾ ਕਿ ਕੋਈ ਵੀ ਇੰਜਰੀ ਹੁੰਦੀ ਹੈ ਉਹ ਐਕਸਰਸਾਈਜ਼ ਨਾਲ ਠੀਕ ਹੋਣੀ ਆ। ਤੇ ਪਰ ਉਹ ਐਕਸਰਸਾਈਜ਼ ਲਈ ਜਿਹੜਾ ਟਾਈਮ ਦੇਣਾ ਨਾ, ਤੁਸੀਂ ਬਹੁਤ ਮਿਹਨਤ ਵਾਲਾ ਕੰਮ ਕਰ ਸਕਦੇ ਹੋ। ਵਾਲੀਬਾਲ ਖੇਡ ਲਓ, ਫੁੱਟਬਾਲ ਖੇਡ ਲਓ, ਵੇਟ ਚੱਕ ਲਓ, ਇਹ ਕਰ ਲਓ, ਪਰ ਜਿਹੜੀ ਇੰਜਰੀ ਤੋਂ ਬਾਹਰ ਆਉਣ ਲਈ ਇੱਕ ਲੈਵਲ 'ਤੇ ਐਕਸਰਸਾਈਜ਼ ਕਰਨੀ ਹੁੰਦੀ ਨਾ, ਜਿਹੜੀ ਬੜੇ ਸਲੋ ਕਰਨੀ ਹੁੰਦੀ, ਉਹ ਇੱਕ ਭਗਤੀ ਮੰਗ ਹੀ ਸਮਝ ਲਓ ਹੋ ਜਾਂਦੀ ਹੈ ਕਿ ਇੱਕ ਬੋਰੀਅਤ ਵਾਲਾ ਕੰਮ ਹੁੰਦਾ ਉਹ। ਮਤਲਬ ਇੱਕ ਤਾਂ ਹੁੰਦਾ ਨਾ ਕਿ ਮੈਂ ਡੋਲੇ ਬਣ ਰਿਹਾ, ਮੇਰੇ ਮਿਹਨਤ ਕਰ ਰਿਹਾ, ਮੇਰਾ ਸਟੈਮਿਨਾ ਬਣ ਰਿਹਾ, ਉਹ ਜੋਸ਼ ਵਾਲਾ ਕੰਮ ਹੁੰਦਾ। ਜਿਹੜਾ ਜੋਸ਼ ਤੋਂ ਬਿਨਾਂ ਜਿਹੜਾ ਕੰਮ ਹੁੰਦਾ ਨਾ, ਜਿਹੜਾ ਫੋਕਸ ਵਾਲਾ ਕੰਮ, ਉਹ ਕਰਨਾ ਪੈਂਦਾ, ਤਾਂ ਜਾ ਕੇ ਇੰਜਰੀ ਠੀਕ ਹੁੰਦੀ ਹੈ। ਇਹ ਟਵਿੰਕਲ ਲੈ ਗਈ ਹੁਣ ਗੋਲਡ ਮੈਡਲ ਵੀ ਲੈ ਸਕਦੀ ਹੈ, ਕੋਚ ਸਾਹਿਬ ਦਾ ਨਾਮ ਰੋਸ਼ਨ ਹੋ ਰਿਹਾ। ਹਾਂ ਵੀ ਸਾਡੇ ਕਿਤੇ ਟ੍ਰੇਨਿੰਗ ਕੀਤੀ ਜਾ ਰਹੀ, ਉਹਦਾ ਨਾਮ ਨਹੀਂ, ਇਸ ਦੇ ਕਾਰਨ ਤੇ ਨਹੀਂ ਕੋਈ ਖਿੱਚ ਤੇ ਹਾਂ ਵੀ ਟਵਿੰਕਲ ਅੱਗੇ ਵਧ ਰਹੀ ਹੈ, ਹੋਰ ਕੋਈ ਬੱਚਾ ਅੱਗੇ ਨਹੀਂ ਵਧ ਰਿਹਾ? ਉਹ ਇੰਡੀਵਿਜੂਅਲ ਕਈ ਵਾਰੀ ਕਿਸੇ ਬੰਦੇ ਨੂੰ ਇਹ ਹੋਣ ਲੱਗ ਪੈਂਦਾ, ਕਿਉਂਕਿ ਸਾਡੇ ਸਮਾਜ 'ਚ ਇਹੀ ਥੋੜ੍ਹੀ ਜਿਹੀ ਇੱਕ ਪ੍ਰੋਬਲਮ ਆ, ਕਿਉਂਕਿ ਸਾਰੀਆਂ ਚੀਜ਼ਾਂ ਨੂੰ ਤੁਸੀਂ ਨਹੀਂ ਕਈ ਵਾਰੀ ਕਵਰ ਕਰ ਸਕਦੇ ਅਸੀਂ। ਪਰ ਹਰੇਕ ਬੰਦੇ ਦਾ ਬੜਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਦੇਰ ਪਹਿਲੇ ਟ੍ਰੇਨਿੰਗ ਕਰਤੀ। ਇੰਨੇ ਸਾਡੇ ਪ੍ਰਿੰਸੀਪਲ ਸਾਹਿਬ ਆਏ ਆ, ਸਾਡੇ ਜਿੰਨੇ ਵੀ ਉਹਨਾਂ ਦੇ ਕਮੇਟੀ ਮੈਂਬਰ ਸੀ, ਸਮੇਂ-ਸਮੇਂ 'ਤੇ ਉਹ ਸਾਨੂੰ ਔਨਰ ਵੀ ਕਰਦੇ ਰਹੇ ਆ ਕੇ, ਅਤੇ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਤੇ ਇਹ ਚੀਜ਼ਾਂ ਸ਼ਾਇਦ ਉਹਨਾਂ ਨੂੰ, ਮੈਨੂੰ ਲੱਗਦਾ ਹੈ ਕਿ ਇਹ ਵੀ ਚੀਜ਼ਾਂ ਹੈਗੀਆਂ, ਪਰ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਮੈਂ ਪੂਰਾ ਫੋਕਸਡ ਅਸੀਂ ਆਪਣੀ ਟ੍ਰੇਨਿੰਗ 'ਤੇ ਕਰਨਾ ਚਾਹੁੰਦੇ ਹਾਂ। ਅਤੇ ਬਾਕੀ ਉਹਨਾਂ ਨੂੰ ਮੁਬਾਰਕ ਆਪਣੀਆਂ ਚੀਜ਼ਾਂ, ਚਲੋ ਜਿੱਦਾਂ ਵੀ ਹੈ। ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਕੋਚ ਸਾਹਿਬ ਦੇ ਨਾਲ, ਜੋ ਉਹਨਾਂ ਦਾ ਕਹਿਣਾ ਹੈ ਜੋ ਗਰਾਊਂਡ ਆ, ਕਦੋਂ ਕੋਈ ਬੱਚਾ ਸਿਲਵਰ ਮੈਡਲ ਲੈ ਕੇ ਆਂਦਾ, ਭਾਵੇਂ ਗੋਲਡ ਮੈਡਲ ਲੈ ਕੇ ਆਂਦਾ, ਤੇ ਕਦੋਂ ਇੱਥੇ ਆਂਦਾ ਤਾਂ ਉਹਨੂੰ ਉਮੀਦ ਹੁੰਦੀ ਹੈ ਪੰਜਾਬ ਦੇ ਵਿੱਚ ਮੇਰਾ ਸਨਮਾਨਿਤ ਕੀਤਾ ਜਾਏਗਾ। ਬਾਹਰਲੇ ਦੇਸ਼ਾਂ ਦੇ ਵਿੱਚ ਤੇ ਸਨਮਾਨਿਤ ਪਲੇਅਰਾਂ ਦਾ ਕੀਤਾ ਜਾਂਦਾ, ਤੇ ਆਪਣੇ ਪੰਜਾਬ ਦੇ ਵਿੱਚ ਇਹ ਚੀਜ਼ ਸਾਹਮਣੇ ਨਹੀਂ ਦੇਖਣ ਨੂੰ ਪੈਂਦੀ। ਕਦੋਂ ਜਲੰਧਰ ਸ਼ਹਿਰ 'ਚ ਪਹੁੰਚਦੇ ਨੇ ਆਪਣੀ ਟ੍ਰੇਨਿੰਗ ਕਰਨ ਲਈ, ਫਿਰ ਗਰਾਊਂਡ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਉੱਥੋਂ ਦੀ ਰੋਕਿਆ ਜਾਂਦਾ ਔਰ ਉਹਨਾਂ ਨੂੰ ਉੱਥੋਂ ਦੀ ਮਨਾ ਕਰ ਦਿੱਤਾ ਜਾਂਦਾ, ਇੱਥੇ ਤੁਸੀਂ ਟ੍ਰੇਨਿੰਗ ਨਹੀਂ ਕਰਨੀ। ਇਸ ਦੇ ਬਾਰੇ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਵੀ ਔਰ ਡਾਇਰੈਕਟਰ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ। ਦੇਖਣਾ ਹੋਏਗਾ ਇਸ ਤੇ ਸਰਕਾਰਾਂ ਧਿਆਨ ਦਿੰਦੀਆਂ ਜਾਂ ਨਹੀਂ। ਕੈਮਰਾਮੈਨ ਦੇਵਰਾਜ ਦੇ ਨਾਲ ਸੋਨੂ ਮਹਾਜਨ, ਪੰਜਾਬ ਕੇਸਰੀ ਟੀਵੀ, ਜਲੰਧਰ।